ਲੁਧਿਆਣੇ ਜ਼ਿਲ੍ਹੇ ਦੇ ਸਰ ਮਹਿੰਦਰ ਸਿੰਘ ਫੁੱਲਾਂਵਾਲ ਪਿੰਡ ਤੋਂ ਉਹਨਾਂ ਨੂੰ ਰਾਤ ਨੂੰ ਹਾਰਟ ਅਟੈਕ ਹੋਇਆ, ਉਹ ਸ਼ਹੀਦ ਹੋ ਗਏ ਤੇ ਦੋਨਾਂ ਨੂੰ ਪੋਸਟਮਾਰਟਮ ਵਾਸਤੇ ਸੋਨੀਪਤ ਲੈ ਕੇ ਗਏ। ਸੋਨੀਪਤ ਪੋਸਟਮਾਰਟਮ ਦੋਨਾਂ ਦਾ ਹੋ ਗਿਆ ਤੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਸੱਜਣ ਸੀ ਪੋਸਟਮਾਰਟਮ ਤੋਂ ਬਾਅਦ ਉਹਦੇ ਤੇ ਲਿਖਤਾ ਜੀ ਇਹ ਤਾਂ ਕੋਵਿਡ ਕੇਸ ਹੈ। WHO ਦੀਆਂ ਗਾਈਡਲਾਈਨਸ ਨੇ ਵੀ ਕੋਵਿਡ ਕੇਸ ਵਿੱਚ ਇਹ ਪੋਸਟਮਾਰਟਮ ਨਹੀਂ ਕਰ ਸਕਦੇ। ਦੁਨੀਆ 'ਚ ਦੋ ਦੇਸ਼ਾਂ ਨੇ ਕੀਤਾ, ਉਹਨਾਂ ਦਾ ਝਗੜਾ ਚੱਲਦਾ, ਇਟਲੀ ਦਾ ਤੇ ਰਸ਼ੀਆ ਦਾ। ਤੇ ਜੇ ਉਹਨਾਂ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਕੋਵਿਡ ਲਿਖਦੇ ਨੇ, ਇਹਨਾਂ ਨੇ WHO ਦੀਆਂ ਗਾਈਡਲਾਈਨਸ ਨੂੰ ਵਾਇਲੇਟ ਨਹੀਂ ਕੀਤਾ। ਤੇ ਖੱਟਰ ਸਾਹਿਬ ਨੂੰ ਐਡਾ ਵੱਡਾ ਝੂਠ ਬੋਲਣ ਦੀ ਕੀ ਮਜਬੂਰੀ ਸੀ? ਜੇ ਉਹ ਇਹ ਸਮਝਦੇ ਨੇ ਵੀ ਇਹ ਇਸ ਤਰ੍ਹਾਂ ਅਸੀਂ ਅੰਦੋਲਨ ਨੂੰ ਬਦਨਾਮ ਕਰਕੇ ਉੱਥੋਂ ਉਠਾ ਦਿਆਂਗੇ, ਉਹਨਾਂ ਦੀ ਗਲਤਫਹਿਮੀ ਹੈ। 26 ਤਾਰੀਖ ਨੂੰ ਮੋਦੀ ਸਰਕਾਰ ਨੂੰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆ 7 ਸਾਲ ਹੋ ਗਏ ਨੇ। ਜਿੰਨਾ ਦੇਸ਼ ਦਾ ਪੱਠਾ ਮੋਦੀ ਸਰਕਾਰ ਨੇ ਬਿਠਾਇਆ ਤਾਂ ਅਸੀਂ ਯੂਪੀ ਔਰ ਉੱਤਰਾਖੰਡ ਵਾਲੇ ਪਾਸੇ ਕੰਪੇਨ ਸ਼ੁਰੂ ਕਰਨ ਵਾਲੇ ਹਾਂ। ਆਉਂਦੀਆਂ ਇਲੈਕਸ਼ਨਾਂ ਤੱਕ ਇਹਨਾਂ ਦਾ ਉੱਥੇ ਵੀ ਮਾਂਜਾ ਫੇਰ ਦਿਆਂਗੇ, ਹੌਲੀ ਹੌਲੀ ਸਾਰੇ ਦੇਸ਼ 'ਚੋਂ ਪੱਟ ਦਿਆਂਗੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਾਨੂੰ ਲਗਾਤਾਰ ਸਪੋਰਟ ਦਿੰਦੇ ਆ ਰਹੇ ਹੋ। ਕਿਸਾਨ ਮੋਰਚੇ ਨੂੰ ਤੁਸੀਂ ਇੱਕ ਧਿਰ ਬਣ ਕੇ ਹਮੇਸ਼ਾ ਸਾਡੇ ਨਾਲ ਖੜੇ ਹੋ, ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੋ ਗੱਲਾਂ 'ਤੇ ਮੈਂ ਤੁਹਾਡੇ ਰਾਹੀਂ ਇਸ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਾ ਚਾਹੁੰਦਾ। ਪਿਛਲੇ ਦਿਨੀ ਇੱਕ ਚਿੱਠੀ ਹਰਿਆਣੇ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਹੈ ਭਈ ਮੋਰਚੇ ਦੀ ਜਗ੍ਹਾ ਕੁੰਡਲੀ ਤੇ ਟਿਕਰੀ ਇਹ ਕੋਵਿਡ ਸਪਰੈਡਰ ਬਣਦੇ ਜਾ ਰਹੇ ਨੇ। ਮੈਂ ਉਹਦੀ ਅਸਲੀਅਤ ਤੁਹਾਨੂੰ ਦੱਸਣੀ ਚਾਹੁੰਦਾ। ਉੱਥੇ ਕੋਈ ਕੋਵਿਡ ਨਹੀਂ। ਇੱਕ ਸਾਡੇ ਸਾਥੀ ਸਰ ਬਲਬੀਰ ਸਿੰਘ ਪਟਿਆਲੇ ਜ਼ਿਲ੍ਹੇ ਦੇ, ਉਹਨਾਂ ਦੀ ਸ਼ੂਗਰ ਘਟਣ ਨਾਲ ਮੌਤ ਹੋ ਗਈ, ਸ਼ਹੀਦ ਹੋ ਗਏ। ਤੇ ਇੱਕ ਲੁਧਿਆਣੇ ਜ਼ਿਲ੍ਹੇ ਦੇ ਸਰ ਮਹਿੰਦਰ ਸਿੰਘ ਫੁੱਲਾਂਵਾਲ ਪਿੰਡ ਤੋਂ ਉਹਨਾਂ ਨੂੰ ਰਾਤ ਨੂੰ ਹਾਰਟ ਅਟੈਕ ਹੋਇਆ, ਉਹ ਸ਼ਹੀਦ ਹੋ ਗਏ ਤੇ ਦੋਨਾਂ ਨੂੰ ਪੋਸਟਮਾਰਟਮ ਵਾਸਤੇ ਸੋਨੀਪਤ ਲੈ ਕੇ ਗਏ। ਸੋਨੀਪਤ ਪੋਸਟਮਾਰਟਮ ਦੋਨਾਂ ਦਾ ਹੋ ਗਿਆ ਤੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਸੱਜਣ ਸੀ ਪੋਸਟਮਾਰਟਮ ਤੋਂ ਬਾਅਦ ਉਹਦੇ ਤੇ ਲਿਖਤਾ ਜੀ ਇਹ ਤਾਂ ਕੋਵਿਡ ਕੇਸ ਹੈ। ਤੇ ਮੈਨੂੰ ਸਾਡੇ ਇੱਕ ਸਾਥੀ ਦਾ ਫੋਨ ਆਇਆ ਵੀ ਇਹ ਗਲਤ ਕਰ ਰਹੇ ਨੇ, ਇਹਨਾਂ ਨੇ ਉਹਨੂੰ ਕੋਵਿਡ ਲਿਖਤਾ। ਮੈਂ ਕਿਹਾ ਪੋਸਟਮਾਰਟਮ ਕਰਤਾ? ਕਹਿੰਦੇ ਹਾਂ ਕਰਤਾ। ਮੈਂ ਕਿਹਾ CMO ਨੂੰ ਜਾ ਕੇ ਕਹੋ ਵੀ ਜੇ ਤੁਸੀਂ ਗਲਤ ਕੰਮ ਕਰਨਾ ਅਸੀਂ ਤੁਹਾਨੂੰ ਵੀ ਨਹੀਂ ਬਖਸ਼ਣਾ, ਅਸੀਂ ਤੁਹਾਡਾ ਘਿਰਾਓ ਕਰ ਲੈਣਾ। ਤੇ ਉਹ ਤੋਂ ਬਾਅਦ ਹਾਲੇ ਦੂਜੇ ਦੀ ਤਿਆਰੀ ਹੋ ਰਹੀ ਸੀ ਕੋਵਿਡ ਲਿਖਣ ਦੀ, ਤੇ ਉਹਦੀ ਵਾਰੀ ਉਹ ਚੁੱਪ ਕਰ ਗਏ। ਮੇਰਾ ਸਵਾਲ ਹੈ ਵੀ WHO ਦੀਆਂ ਗਾਈਡਲਾਈਨਸ ਨੇ ਵੀ ਕੋਵਿਡ ਕੇਸ ਵਿੱਚ ਇਹ ਪੋਸਟਮਾਰਟਮ ਨਹੀਂ ਕਰ ਸਕਦੇ। ਦੁਨੀਆ 'ਚ ਦੋ ਦੇਸ਼ਾਂ ਨੇ ਕੀਤਾ, ਉਹਨਾਂ ਦਾ ਝਗੜਾ ਚੱਲਦਾ, ਇਟਲੀ ਦਾ ਤੇ ਰਸ਼ੀਆ ਦਾ। ਤੇ ਜੇ ਉਹਨਾਂ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਕੋਵਿਡ ਲਿਖਦੇ ਨੇ, ਇਹਨਾਂ ਨੇ WHO ਦੀਆਂ ਗਾਈਡਲਾਈਨਸ ਨੂੰ ਵਾਇਲੇਟ ਨਹੀਂ ਕੀਤਾ। ਇੱਕ ਗੱਲ। ਦੂਸਰੀ ਗੱਲ ਜਿਹੜੀ ਮੈਂ ਸਾਰੇ ਦੇਸ਼ ਨੂੰ ਦੱਸ ਦੇਣਾ ਚਾਹੁੰਦਾ, ਸਾਨੂੰ ਫਖਰ ਹੈ ਸਾਡੇ ਆਪਣੇ ਉੱਥੇ ਬੈਠੇ ਨੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੇ ਸਾਲਾਂ ਬੱਧੀ ਕਿਸਾਨ ਅੰਦੋਲਨਾਂ 'ਚ, ਕਿਸਾਨ ਜਥੇਬੰਦੀਆਂ 'ਚ ਕੰਮ ਕੀਤਾ ਹੋਇਆ, ਜਿਨ੍ਹਾਂ ਨੇ ਬਹੁਤ ਸਾਰੇ ਨੇ ਜਿਨ੍ਹਾਂ ਨੇ ਸਾਰੀ ਉਮਰ ਇਸ ਪਾਸੇ ਲਾ ਦਿੱਤੀ ਹੋਈ ਹੈ। ਕੀ ਅਸੀਂ ਚਾਹਾਂਗੇ ਵੀ ਜਿਹੜੇ ਸਾਡੇ ਸਾਰੀ ਜ਼ਿੰਦਗੀ ਦੇ ਸਾਥੀ ਨੇ ਉਹਨਾਂ ਨੂੰ ਅਸੀਂ ਕੋਵਿਡ ਕਰਵਾ ਕੇ ਮਾਰ ਦਈਏ? ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਭਈ ਸਾਡੇ ਜਿਹੜੇ ਸੈਂਟਰ ਨੇ, ਜਿੱਥੇ ਜਿੱਥੇ ਅਸੀਂ ਨਾਕਿਆਂ 'ਤੇ ਬੈਠੇ ਹਾਂ, ਜਿੰਨਾ ਵਧੀਆ ਅਰੇਂਜਮੈਂਟ ਅਸੀਂ ਕੋਵਿਡ ਤੋਂ ਬਚਾਅ ਲਈ ਅਸੀਂ ਕੀਤਾ ਹੋਇਆ, ਸਰਕਾਰ ਦਾ ਕਿਤੇ ਸਾਰੇ ਦੇਸ਼ ਵਿੱਚ ਉੱਦਾਂ ਦਾ ਬਚਾਅ ਕਰਨ ਦੇ ਸਾਧਨ ਲੱਭਦੇ ਨਹੀਂ। ਅਸੀਂ ਹੁਣ ਤੱਕ ਇੱਕ ਉੱਥੇ ਹਸਪੀਟਲ ਹੈ 10 ਬੈੱਡ ਦਾ, ਬਾਕਾਇਦਾ ਮਨਜ਼ੂਰੀ ਲੈ ਕੇ ਉੱਥੇ 10 ਆਕਸੀਜਨ ਦੇ ਸਿਲੰਡਰ ਰੱਖੇ ਹੋਏ ਨੇ। ਬਲਕਿ ਰੀਸੈਂਟਲੀ ਹਰਿਆਣੇ ਦੀ ਵੀ ਸਰਕਾਰ ਤੋਂ 20 ਸਿਲੰਡਰਾਂ ਦੀ ਪਰਮਿਸ਼ਨ ਲੈ ਕੇ ਇੱਕ ਹੋਰ ਹਸਪੀਟਲ ਨੂੰ ਅਸੀਂ ਆਪਣੇ ਕੋਲੋਂ ਦਿੱਤੇ ਹੋਏ ਆ, ਆਪਣੀ ਕਾਸਟ 'ਤੇ ਦਿੱਤੇ ਹੋਏ ਆ। ਲੱਖਾਂ ਰੁਪਏ ਦਾ ਕਾੜਾ ਹਰ ਰੋਜ਼ ਬਿਲਾ ਨਾਗਾ ਅਸੀਂ ਧੱਕੇ ਨਾਲ ਸਾਰੇ ਜਿੰਨੇ ਉੱਥੇ ਅੰਦੋਲਨਕਾਰੀ ਬੈਠੇ ਨੇ ਸਵੇਰੇ ਉਹਨਾਂ ਨੂੰ ਕਾੜਾ ਪਿਲਾਉਂਦੇ ਹਾਂ। ਔਰ ਲੱਖਾਂ ਰੁਪਏ ਦੀਆਂ ਅਸੀਂ
ਦਵਾਈਆਂ ਵਿਟਾਮਿਨ A C D ਡੋਲੋ, ਇਹ ਗੋਲੀਆਂ ਸਾਰੀਆਂ ਅਸੀਂ ਰੋਜ਼ ਵੰਡਦੇ ਹਾਂ। ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਵਿਟਾਮਿਨ D ਬਕਾਇਦਾ ਹਫ਼ਤਾਵਾਰ ਦਿੱਤਾ ਜਾਂਦਾ ਹੈ। ਸਭ ਦਾ ਖਿਆਲ ਰੱਖਿਆ ਜਾਂਦਾ ਹੈ। ਹਰ ਲੰਗਰ ਵਿੱਚ ਹਰ ਰੋਜ਼ ਕਾੜਾ ਤਿਆਰ ਕਰਕੇ ਸਾਰਿਆਂ ਨੂੰ ਆਵਾਜ਼ ਮਾਰ ਕੇ ਪਿਲਾਇਆ ਜਾਂਦਾ ਹੈ। ਤੇ ਸਰਕਾਰ ਨੇ ਕਿਤੇ ਕੀਤਾ ਹੈ? ਸਰਕਾਰ ਦੱਸੇ ਪੰਜਾਬ ਦੇ ਕਿਸੇ ਸ਼ਹਿਰ 'ਚ ਜਾਂ ਕਿਸੇ ਪਿੰਡ ਵਿੱਚ ਕਿਤੇ ਵੀ ਇਹਨਾਂ ਨੇ ਕਿਸੇ ਨੂੰ ਕੋਈ ਫ੍ਰੀ ਦਵਾਈ ਦਿੱਤੀ ਹੈ? ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਨੇ ਆਪਣੇ ਕੋਲੋਂ ਕਿਤੇ ਪ੍ਰੋਵਾਈਡ ਕੀਤੇ ਹੈ? ਝੂਠ ਬੋਲਣ ਨੂੰ ਵੀ ਨਹੀਂ। ਤੇ ਖੱਟਰ ਸਾਹਿਬ ਨੂੰ ਐਡਾ ਵੱਡਾ ਝੂਠ ਬੋਲਣ ਦੀ ਕੀ ਮਜਬੂਰੀ ਸੀ? ਜੇ ਉਹ ਇਹ ਸਮਝਦੇ ਨੇ ਵੀ ਇਹ ਇਸ ਤਰ੍ਹਾਂ ਅਸੀਂ ਅੰਦੋਲਨ ਨੂੰ ਬਦਨਾਮ ਕਰਕੇ ਉੱਥੋਂ ਉਠਾ ਦਿਆਂਗੇ, ਉਹਨਾਂ ਦੀ ਗਲਤਫਹਿਮੀ ਹੈ। ਇਹ ਉਹਨਾਂ ਦੇ ਪੇਸ਼ ਪੈ ਜਾਓ। ਜੇ ਕਿਤੇ ਗਲਤੀ ਕਰ ਲਈ, ਇਹ ਸਾਰੀ ਦੁਨੀਆ ਦਾ ਅੰਦੋਲਨ ਹੈ, ਸਾਰੀ ਦੁਨੀਆ ਦੀ ਹਮਦਰਦੀ ਇਸ ਅੰਦੋਲਨ ਦੇ ਨਾਲ ਹੈ, ਸਾਰੇ ਲੋਕਾਂ ਦਾ ਅੰਦੋਲਨ ਹੈ, ਸਿਰਫ ਕਿਸਾਨਾਂ ਦਾ ਅੰਦੋਲਨ ਹੁਣ ਨਹੀਂ ਰਿਹਾ। ਇਸ ਕਰਕੇ ਕਿਤੇ ਇਹੋ ਜਿਹੀ ਭੁੱਲ ਨਾ ਕਰ ਬੈਠਣ, ਨਹੀਂ ਨਤੀਜੇ ਬੜੇ ਮਾੜੇ ਨਿਕਲਣਗੇ। ਇੱਕ ਤਾਂ ਇਹ। ਦੂਸਰੀ ਗੱਲ, ਕੋਵਿਡ ਬਿਮਾਰੀ ਹੈ। ਕੋਈ 20-25 ਦਿਨ ਪਹਿਲਾਂ ਸੋਨੀਪਤ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਬੁਲਾਈ। ਉਹਨਾਂ ਨੇ ਕਿਹਾ ਅਸੀਂ ਵੈਕਸੀਨੇਸ਼ਨ ਕਰਨੀ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਕਿਹਾ ਆਪਣੀਆਂ ਟੀਮਾਂ ਭੇਜੋ। 20-25 ਦਿਨਾਂ 'ਚ ਅੱਜ ਤੱਕ ਇੱਕ ਵੀ ਡਾਕਟਰ ਕੋਈ ਉੱਥੇ ਸਾਡੇ ਜਿਹੜੇ ਨਾ ਟਿੱਕਰੀ, ਨਾ ਗਾਜ਼ੀਪੁਰ, ਨਾ ਇੱਥੇ ਕੁੰਡਲੀ, ਕਿਸੇ ਨਾਕੇ ਤੇ ਇੱਕ ਵੀ ਡਾਕਟਰ ਵੈਕਸੀਨੇਸ਼ਨ ਵਾਸਤੇ ਨਹੀਂ ਗਿਆ। ਇਹ ਇਹਨਾਂ ਦਾ ਹਾਲ ਹੈ। ਨਾ ਇਹਨਾਂ ਕੋਲ ਟੀਕੇ ਨੇ ਟੀਕਾਕਰਨ ਲਈ, ਨਾ ਇਹਨਾਂ ਕੋਲ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਮਦਦ ਦੇਣ ਲਈ ਕੋਈ ਸਾਧਨ ਨੇ। ਇੱਥੇ ਕੀ ਹੋ ਰਿਹਾ ਪੰਜਾਬ 'ਚ? ਪਿੰਡਾਂ ਵਿੱਚ ਨਾ ਤਾਂ ਇਹਨਾਂ ਨੇ ਲੋਕਾਂ 'ਚ ਅਵੇਅਰਨੈਸ ਫੈਲਾਈ। ਅਸੀਂ ਤਾਂ ਚਾਹਾਂਗੇ ਵੀ ਲੋਕੋ ਉੱਥੇ ਆ ਜਾਓ, ਅਸੀਂ ਤੁਹਾਡਾ ਪੂਰਾ ਖਿਆਲ ਰੱਖ ਰਹੇ ਹਾਂ, ਕੋਵਿਡ ਤੋਂ ਬਚ ਜਾਓਗੇ। ਪਰ ਸਰਕਾਰ, ਅਸੀਂ ਹੁਣ ਤੈਅ ਕੀਤਾ ਹੈ ਵੀ ਜਿੰਨੀਆਂ ਇਹਨਾਂ ਦੀਆਂ ਡਿਸਪੈਂਸਰੀਆਂ ਨੇ ਪੰਜਾਬ 'ਚ, ਹਰਿਆਣੇ 'ਚ, ਜਿਨ੍ਹਾਂ 'ਚ ਗੋਡੇ-ਗੋਡੇ ਘਾਹ ਜੰਮਿਆ ਹੋਇਆ, ਕੋਈ ਡਾਕਟਰ ਨਹੀਂ, ਕੋਈ ਉੱਥੇ ਹੈਲਥ ਵਰਕਰ ਨਹੀਂ, ਕੋਈ ਲੱਭਦਾ ਨਹੀਂ, ਅਸੀਂ ਉਹਨਾਂ ਦੀਆਂ ਵੀਡੀਓ ਬਣਾ ਕੇ ਇਹਨਾਂ ਨੂੰ ਭੇਜਾਂਗੇ ਵੀ ਆਹ ਹਾਲ ਹੈ ਤੁਹਾਡਾ। ਤੇ ਸਰਕਾਰ ਦਾ ਕੰਮ ਹੁੰਦਾ ਆਪਣੇ ਲੋਕਾਂ ਦੀ ਰਾਖੀ ਕਰਨਾ। ਤੇ ਜੇ ਸਰਕਾਰ ਰਾਖੀ ਕਰਨ ਦੀ ਬਜਾਏ ਝੂਠ ਫੈਲਾਉਣ 'ਤੇ ਹੀ ਲੱਕ ਬੰਨ੍ਹ ਲਏ ਤੇ ਲੋਕਾਂ ਨੂੰ ਕਹੇ ਲੋਕ ਬੇਵਕੂਫ ਨੇ, ਉਹ ਇਸ ਝੂਠ ਵਿੱਚ ਸਾਡੇ 'ਚ ਆ ਜਾਣਗੇ, ਉਹ ਕਿਸੇ ਹੋਰ ਦੁਨੀਆ 'ਚ ਵਸਦੇ ਹੋਣਗੇ। ਅੱਜ ਲੋਕ ਸਮਝਣ ਲੱਗ ਪਏ ਵੀ ਇਹ ਸਰਕਾਰ ਝੂਠਿਆਂ ਦੀ ਸਰਕਾਰ ਹੈ। ਬੜਾ ਸਪਸ਼ਟ ਕਰਦੇ ਹਾਂ, ਸਾਡੇ ਪ੍ਰਬੰਧ ਸਰਕਾਰ ਨਾਲੋਂ 1000 ਗੁਣਾ ਬਿਹਤਰ ਨੇ। ਔਰ ਸਾਡੇ ਕੋਲ ਸਾਡੇ ਸੱਜਣ ਮਿੱਤਰ ਹਰ ਰੋਜ਼ ਕੋਵਿਡ ਤੋਂ ਬਚਾਅ ਲਈ ਦਵਾਈਆਂ ਭੇਜੀ ਜਾ ਰਹੇ ਨੇ। ਹਰ ਕੱਲ੍ਹ ਸਾਡੇ ਕੋਲ ਪਹਿਲੀ ਕੰਸਾਈਨਮੈਂਟ ਹਾਲੇ ਮੁੱਕੀ ਨਹੀਂ ਸੀ, ਕੱਲ੍ਹ ਫੇਰ ਇੰਨੀ ਦਵਾਈ ਚਲੀ ਗਈ। ਮੈਂ ਫੇਰ ਆਉਂਦਾ ਹੋਇਆ ਕਹਿ ਕੇ ਆਇਆ ਵੀ ਇਕੱਲੇ ਲੰਗਰ 'ਚ ਧਿਆਨ ਨਾਲ, ਜਿਹਦੇ ਕੋਈ ਐਵੇਂ ਕਿਤੇ ਵੇਸਟ ਨਾ ਹੋਵੇ, ਸਾਰੀਆਂ ਦਵਾਈਆਂ ਫੇਰ ਪਹੁੰਚਾਓ। ਸਾਡੇ ਕੋਲ ਸਰਪਲਸ ਪਈਆਂ ਦਵਾਈਆਂ। ਤੇ ਸਰਕਾਰ, ਅਸੀਂ ਮੰਗ ਕੀਤੀ ਹੈ ਰੈਜ਼ੋਲੂਸ਼ਨ ਕਰਕੇ ਵੀ ਇਹ ਜੇ ਬਿਮਾਰੀ 'ਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਸਰਕਾਰ ਲੋਕਾਂ ਦਾ ਫ੍ਰੀ ਇਲਾਜ ਕਰੇ, ਵੈਕਸੀਨੇਸ਼ਨ ਫ੍ਰੀ ਕਰੇ, ਦਵਾਈਆਂ ਦਾ ਇਲਾਜ ਫ੍ਰੀ ਕਰੇ। ਹਸਪਤਾਲਾਂ 'ਚ ਸਰਕਾਰ ਤੋਂ ਹੋਰ ਤਾਂ ਹੋਰ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੀ ਲੁੱਟ ਨਹੀਂ ਸਰਕਾਰ ਤੋਂ ਰੋਕੀ ਜਾ ਰਹੀ। ਕੀ ਕਰਨਗੇ ਇਹ ਲੋਕਾਂ ਦਾ? ਸਾਡੇ 'ਤੇ ਇਲਜ਼ਾਮ ਲਾਉਣ ਦਾ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਨੇ ਵੀ ਜਿਹੜਾ ਮੋਰਚੇ 'ਚੋਂ ਆਉਂਦਾ ਉਹ ਪਹਿਲਾਂ ਆਪਣਾ ਟੈਸਟ ਕਰਵਾ ਕੇ ਪਿੰਡ 'ਚ ਜਾਵੇ। ਪਹਿਲਾਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਹਾਡੇ ਆਪਣਾ ਘਰ ਸਾਹਮਣੇ ਹੁੰਦਾ, ਆ ਜਾਓ ਅਸੀਂ ਤੁਹਾਨੂੰ ਟੈਸਟ ਕਰਵਾ ਦਈਏ। ਉੱਥੇ ਤੁਹਾਡੇ ਕੋਲ ਫੈਸਿਲਿਟੀ ਕੀ ਹੈ? ਐਵੇਂ ਸਾਰਾ ਆਪਣੀ ਸਰਕਾਰ ਬਚਾਉਣ ਲਈ ਕੇਂਦਰ ਤੋਂ ਡਰਦੇ ਮਾਰੇ ਤੇ ਸਾਡੇ ਉੱਤੇ ਇਹ ਵੀ ਇਲਜ਼ਾਮ ਲਾਉਣ ਤੁਰ ਪਏ। ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਲੋਕਾਂ ਨੂੰ ਬੇਵਕੂਫ ਨਾ ਬਣਾਓ। ਸਾਡੀ ਮੰਗ ਹੈ ਲੋਕਾਂ ਦਾ ਇਲਾਜ ਫ੍ਰੀ ਆਫ ਕਾਸਟ ਕਰੋ, ਵੈਕਸੀਨੇਸ਼ਨ ਫ੍ਰੀ ਕਰੋ, ਦਵਾਈਆਂ ਵੰਡੋ ਔਰ ਇੱਕ ਅਵੇਅਰਨੈਸ ਕੰਪੇਨ ਚਲਾਓ। ਤੁਹਾਡਾ ਜਿਹੜਾ ਹੈਗਾ ਮੈਡੀਕਲ ਵਿਭਾਗ ਦਾ ਸਾਰਾ ਸਟਾਫ, ਉਹ ਤਾਂ ਹੜਤਾਲ 'ਤੇ ਗਿਆ ਹੋਇਆ। ਤੇ ਕੀ ਕਰਦੇ ਹੋ ਤੁਸੀਂ? ਕੀ ਸਰਕਾਰ ਤੋਂ ਲੋਕ ਆਸ ਕਰ ਸਕਦੇ ਆ? ਲੋਕਾਂ 'ਚ ਤਰਾਹੀ ਮਚੀ ਹੋਈ ਹੈ ਤੇ ਇਹ ਅਖਬਾਰਾਂ 'ਚ ਬਿਆਨ ਦੇਣ ਤੱਕ ਸੀਮਤ ਨੇ। ਤਾਂ ਇੱਕ ਤਾਂ ਇਹਦੀ ਮੈਂ ਘੋਰ ਨਿੰਦਾ ਕਰਦਾ ਔਰ ਚੇਤਾਵਨੀ ਦਿੰਦਾ ਵੀ ਬਿਨਾਂ ਵਜ੍ਹਾ ਅੰਦੋਲਨ ਦੇ ਜਿਹੜੇ ਨਾਕੇ ਨੇ ਉਹਨਾਂ ਨੂੰ ਬਦਨਾਮ ਨਾ ਕਰੋ। ਆ ਕੇ ਦੇਖੋ, ਜੇ ਜ਼ਮੀਰ ਹੈ ਸਾਡੇ ਕੋਲ ਆ ਕੇ ਦੇਖੋ ਅਸੀਂ ਕਿਵੇਂ ਦਵਾਈਆਂ ਵੰਡਦੇ, ਕਿੰਨਾ ਉਹਨਾਂ ਦਾ ਖਿਆਲ ਰੱਖਦੇ ਹਾਂ। ਜਿਹੜੇ ਲੋਕ ਉੱਥੇ ਨੇ ਉਹ 101% ਸੇਫ ਨੇ। ਜਦੋਂ ਇੱਥੇ ਆ ਜਾਂਦੇ ਨੇ ਫਿਰ ਉਹ ਇਸ ਬਿਮਾਰੀ 'ਚ ਘਿਰ ਜਾਂਦੇ ਨੇ ਕਿਉਂਕਿ ਸਰਕਾਰ ਨਾਲਾਇਕ ਹੈ। ਇੱਕ ਤਾਂ ਮੈਂ ਇਹ ਤੁਹਾਡੇ ਰਾਹੀਂ ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ। ਦੂਜਾ,
ਅਸੀਂ ਸਾਨੂੰ 26 ਤਾਰੀਖ ਨੂੰ 6 ਮਹੀਨੇ ਹੋਣ ਵਾਲੇ ਨੇ ਦਿੱਲੀ ਦੇ ਬਾਰਡਰ ਤੇ ਬੈਠਿਆਂ, ਤੇ ਇਹ 26 ਤਾਰੀਖ ਨੂੰ ਹੀ ਮੋਦੀ ਸਰਕਾਰ ਨੂੰ, ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆ 7 ਸਾਲ ਹੋ ਗਏ ਨੇ। ਜਿੰਨਾ ਦੇਸ਼ ਦਾ ਪੱਠਾ ਮੋਦੀ ਸਰਕਾਰ ਨੇ ਬਿਠਾਇਆ ਔਰ ਇਕਨੋਮੀ ਜਿੰਨੀ ਥੱਲੇ ਚਲੀ ਗਈ ਦੇਸ਼ ਦੀ, ਅੱਜ ਜਿਵੇਂ ਅਨਐਮਪਲੋਇਮੈਂਟ ਲਾਕਡਾਊਨ ਦੀ ਆੜ ਵਿੱਚ ਜਿੰਨੀ ਅਨਐਮਪਲੋਇਮੈਂਟ ਕ੍ਰੀਏਟ ਕਰਤੀ, ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ, ਉਹ ਤੋਂ ਲੋਕ ਸਾਰੇ ਦੇਸ਼ ਦੇ ਖਫਾ ਨੇ। ਔਰ ਮੈਂ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਵੀ 26 ਤਾਰੀਖ ਨੂੰ ਤੁਹਾਡੀ ਕਾਰਗੁਜ਼ਾਰੀ ਤੇ 22 ਜਨਵਰੀ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨੇ ਨਹੀਂ ਬੁਲਾਈ। ਇਹ ਸਰਕਾਰ ਵੱਲੋਂ ਗੱਲਬਾਤ ਦਾ ਰਸਤਾ ਬੰਦ ਹੋਇਆ। ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ। ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਬਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਆ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਜੇ ਤੁਸੀਂ ਹਾਲੇ ਵੀ ਗੱਲਬਾਤ ਨਹੀਂ ਕਰੋਗੇ ਤਾਂ ਅਸੀਂ ਬੰਗਾਲ 'ਚ ਚਾੜਾ ਛਕਾਤਾ। ਯੂਪੀ ਦੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਅੰਦੋਲਨ ਦਾ ਹੀ ਅਸਰ ਸੀ, ਕਿਉਂਕਿ ਯੂਪੀ ਦੇ ਲੋਕ ਉੱਥੇ ਆ ਕੇ ਬਹਿੰਦੇ ਨੇ, ਉੱਥੇ ਬੁਰੀ ਤਰ੍ਹਾਂ ਪੰਚਾਇਤ ਇਲੈਕਸ਼ਨ ਵੀ ਹਾਰੇ। ਜੇ ਹਾਲੇ ਵੀ ਇਹ ਠੀਕ ਰਾਹ 'ਤੇ ਨਹੀਂ ਆਉਣਗੇ ਤਾਂ ਅਸੀਂ ਯੂਪੀ ਔਰ ਉੱਤਰਾਖੰਡ ਵਾਲੇ ਪਾਸੇ ਕੰਪੇਨ ਸ਼ੁਰੂ ਕਰਨ ਵਾਲੇ ਹਾਂ। ਆਉਂਦੀਆਂ ਇਲੈਕਸ਼ਨਾਂ ਤੱਕ ਇਹਨਾਂ ਦਾ ਉੱਥੇ ਵੀ ਮਾਂਜਾ ਫੇਰ ਦਿਆਂਗੇ, ਹੌਲੀ ਹੌਲੀ ਸਾਰੇ ਦੇਸ਼ 'ਚੋਂ ਪੱਟ ਦਿਆਂਗੇ। ਇੱਕ ਗੱਲ, ਇਹਨੂੰ ਹੋਰ ਅੱਗੇ ਵਧਾਉਣ ਵਾਸਤੇ ਅਸੀਂ ਇੱਕ ਨੈਸ਼ਨਲ ਕਨਵੈਨਸ਼ਨ ਕਰਨ ਵਾਲੇ ਹਾਂ, ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਦੀ। ਉਹਦੀ ਕੋਵਿਡ ਦੀ ਵਜ੍ਹਾ ਕਰਕੇ ਡੇਟ ਨਹੀਂ ਹਾਲੇ ਫਾਈਨਲ ਹੋ ਰਹੀ। ਅਸੀਂ ਚਾਹੁੰਦੇ ਹਾਂ ਕੋਵਿਡ ਤੋਂ ਥੋੜ੍ਹਾ ਜਿਹਾ ਛੁਟਕਾਰਾ ਮਿਲੇ ਔਰ ਉਹਦੇ ਲਈ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਇੱਕ ਅੱਧੇ ਦਿਨ ਵਿੱਚ ਉਹਨਾਂ ਦੇ ਸਾਰਿਆਂ ਦੇ ਨਾਂ ਵੀ ਅਸੀਂ ਪ੍ਰੈਸ ਨੂੰ ਰਿਲੀਜ਼ ਕਰ ਦਿਆਂਗੇ। ਉਹਨਾਂ ਨੂੰ ਕਿਹਾ ਆਪਣਾ ਕੰਮ ਸ਼ੁਰੂ ਕਰੋ। ਜਦੋਂ ਵੀ ਕੋਵਿਡ ਤੋਂ ਛੁਟਕਾਰਾ ਮਿਲਿਆ, ਅਸੀਂ ਸਾਰੇ ਦੇਸ਼ ਵਿੱਚ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਵਾਸਤੇ ਅਸੀਂ ਨੈਸ਼ਨਲ ਕਨਵੈਨਸ਼ਨ ਕਰਕੇ ਇਹਨੂੰ ਅੱਗੇ ਲੈ ਕੇ ਜਾਵਾਂਗੇ। ਤੋ ਅਸੀਂ ਤੈਅ ਕੀਤਾ ਕਿ 26 ਤਾਰੀਖ ਨੂੰ ਸਾਰੇ ਦੇਸ਼ ਦੇ ਲੋਕ ਆਪਣੇ ਹਰ ਅਦਾਰੇ 'ਤੇ, ਆਪਣੇ ਘਰ 'ਤੇ, ਦੁਕਾਨ 'ਤੇ, ਇੰਡਸਟਰੀ 'ਤੇ, ਪਿੰਡਾਂ ਵਿੱਚ ਕਿਸਾਨ ਆਪਣੇ ਘਰਾਂ 'ਤੇ, ਟਰੈਕਟਰਾਂ 'ਤੇ, ਹਰ ਜਗ੍ਹਾ ਕਾਲੇ ਝੰਡੇ ਲਾ ਕੇ ਉਸ ਦਿਨ ਰੋਸ ਪ੍ਰਗਟ ਕਰਨਗੇ। ਔਰ ਉਸ ਦਿਨ ਇਹ ਤੋਂ ਇਲਾਵਾ 12 ਵਜੇ ਤੱਕ ਹਰ ਪਿੰਡ ਜਾਂ ਮੁਹੱਲੇ ਦੇ ਵਿੱਚ ਮੋਦੀ ਦੇ ਪੁਤਲੇ ਬਣਾ ਕੇ ਫੂਕੇ ਜਾਣਗੇ। ਤੇ ਇਹੀ ਨਹੀਂ, ਉਸ ਦਿਨ ਇਤਫਾਕ ਨਾਲ ਬੁੱਧ ਪੂਰਨਿਮਾ ਹੈ। ਬੁੱਧ ਪੂਰਨਿਮਾ ਦੇ ਮੌਕੇ 'ਤੇ ਸਾਡੇ ਉੱਥੇ ਸਟੇਜ ਤੋਂ ਹਰ ਰੋਜ਼ ਮੁਸਲਮਾਨ ਨਮਾਜ਼ ਪੜ੍ਹਦੇ ਨੇ, ਹਿੰਦੂ ਗੀਤਾ ਦਾ ਪਾਠ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵੇਰੇ 5 ਬਾਣੀਆਂ ਦਾ ਪਾਠ ਹੁੰਦਾ ਔਰ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ। ਅਸੀਂ ਉਹਨਾਂ ਵੀਰਾਂ ਨੂੰ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਨੇ, ਅਸੀਂ ਉਹਨਾਂ ਨੂੰ ਸੱਦਾ ਦਿੱਤਾ ਹੈ ਵੀ ਆਓ ਤੁਸੀਂ ਉਸ ਦਿਨ ਸਟੇਜ ਤੋਂ ਬੁੱਧ ਪੂਰਨਿਮਾ ਬਾਰੇ ਲੋਕਾਂ ਨੂੰ ਗਿਆਨ ਦਿਓ। ਇੰਟਰਨੈਸ਼ਨਲ ਸਟੇਜ ਹੈ, ਉਹ ਉੱਥੋਂ ਇਹ ਪ੍ਰੋਗਰਾਮ ਵੀ ਦੇਣਗੇ। ਤੋ ਮੇਰੀ ਬੇਨਤੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਹੁਣ ਅਸੀਂ ਇੱਕ ਇਹ ਵੀ ਤੈਅ ਕਰ ਲਿਆ ਨਵੇਂ ਸਿਰੇ 'ਤੇ, ਭਾਵੇਂ ਰੋਜ਼ ਲੋਕ ਜਾ ਰਹੇ ਨੇ, ਇਹ ਜੱਥਿਆਂ ਦੀ ਗਿਣਤੀ ਹੋਰ ਵੱਡੀ ਕਰਨ ਵਾਸਤੇ ਪ੍ਰੋਗਰਾਮ ਉਲੀਕ ਦਿੱਤਾ। ਸਾਰੀਆਂ ਜਥੇਬੰਦੀਆਂ ਦੇ ਜੁੰਮੇ ਲਾ ਦਿੱਤੇ ਗਏ ਨੇ ਵੀ ਤੂੰ ਕਿੰਨੇ ਬੰਦੇ ਲੈ ਕੇ ਆਉਣੇ, ਤੂੰ ਕਿੰਨੇ ਬੰਦੇ ਲੈ ਕੇ ਆਉਣੇ ਆ। ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਪਹਿਲਾਂ ਨਾਲੋਂ ਵੀ ਵੱਡਾ ਇਕੱਠ ਉਹਨਾਂ ਮੋਰਚਿਆਂ 'ਤੇ ਹੋਏਗਾ। ਇਹ ਅਸੀਂ ਤੈਅ ਕਰ ਲਿਆ। ਤੇ ਹੁਣ ਕੋਈ ਸਵਾਲ ਹੈ ਤਾਂ ਮੈਂ ਨਹੀਂ, ਸੰਯੁਕਤ ਸਾਰੇ ਉਗਰਾਹਾਂ ਸਾਹਿਬ ਦਾ ਪਾਰਟ ਨੇ ਸਾਰਿਆਂ ਦਾ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ, ਤੁਹਾਡੇ ਪਾਰਟ 'ਤੇ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਗੱਲਬਾਤ ਲਈ ਤਿਆਰ ਹਾਂ। ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਕੋਲੋਂ ਇਹ ਆਸ ਨਹੀਂ ਹੁੰਦੀ ਵੀ ਉਹ ਕਿਤੇ ਬੈਠ ਕੇ ਮੇਜ਼ 'ਤੇ ਗੱਲਬਾਤ ਨਾ ਕਰਨ, ਭੱਜਣ ਮੈਦਾਨੋਂ। ਤੇ ਅਸੀਂ ਉਹਨਾਂ ਦੇ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਹਨਾਂ ਨੂੰ ਕਿਹਾ ਵੀ ਤੁਹਾਡਾ ਰਵੱਈਆ ਜਿਹੜਾ ਉਹ ਤਾਨਾਸ਼ਾਹੀ ਵਾਲਾ, ਡੈਮੋਕ੍ਰੇਸੀ 'ਚ ਇੱਦਾਂ ਦਾ ਨਹੀਂ ਹੁੰਦਾ। ਤੇ ਜੇ ਨਹੀਂ ਤੁਸੀਂ ਕਰੋਗੇ ਤਾਂ ਫਿਰ ਅਸੀਂ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ, ਅਸੀਂ ਤੁਹਾਡੇ ਖਿਲਾਫ ਇਹ ਕਰਨ ਵਾਲੇ। ਹਾਂਜੀ, ਮੋਰਚਾ ਚੱਲ ਰਿਹਾ, ਮੋਰਚੇ ਦੇ ਸੰਬੰਧ 'ਚ ਵੱਡਾ ਇਕੱਠ ਹੋਇਆ। ਇਹ ਬਸ ਸ਼ੁਰੂ ਕਰਤਾ ਜੀ। ਹਾਂ ਬਸ ਇਹ ਤਾਂ ਸਮਝੋ ਸ਼ੁਰੂ ਹੈ। ਸਾਰੇ ਹੁਣ ਜਾ ਰਹੇ ਨੇ, ਜਥੇ ਹੋਣੇ ਸ਼ੁਰੂ ਹੋ ਗਏ। ਰਾਜਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ 4 ਮਹੀਨੇ ਹੋ ਗਏ ਗੱਲਬਾਤ ਬੰਦ ਕਰੀ ਨੂੰ, ਤੇ ਚਿੱਠੀ ਪਹਿਲਾਂ ਲਿਖ ਦੇਣੀ ਚਾਹੀਦੀ ਸੀ? ਪਹਿਲਾਂ ਤੁਸੀਂ ਕਹੀ ਗਏ ਕਿ ਸਰਕਾਰ ਚਿੱਠੀ ਦੇਵੇ, ਅਸੀਂ ਤਾਂ ਗੱਲ ਕਰਨ ਆਵਾਂਗੇ।
ਨਹੀਂ ਇਦਾਂ ਅਸੀਂ ਕਦੀ ਨਹੀਂ ਕਿਹਾ ਵੀ ਸਰਕਾਰ ਪਹਿਲਾਂ ਚਿੱਠੀ ਦੇਵੇ। ਹਾਂ, ਇਹ ਜ਼ਰੂਰ ਕਹਿੰਦੇ ਰਹੇ ਹਾਂ ਵੀ ਡੈਮੋਕ੍ਰੇਸੀ 'ਚ ਸਰਕਾਰਾਂ ਦੀ ਡਿਊਟੀ ਹੁੰਦੀ ਹੈ, ਲੋਕੀ ਜਿੱਥੇ ਕੋਈ ਕਾਲਾ ਬਿੱਲਾ ਵੀ ਲਾ ਲੈਣ ਉਹਨਾਂ ਨੂੰ ਪੁੱਛਣ ਵੀ ਤੇਰਾ ਪ੍ਰੋਟੈਸਟ ਕੀ ਹੈ। ਇਹ ਐਡਾ ਵੱਡਾ ਅੰਦੋਲਨ ਹੈ, ਇੱਥੇ ਸਰਕਾਰ ਨੂੰ ਗੱਲਬਾਤ ਦਾ ਰਸਤੇ ਬੰਦ ਕਰਨੇ ਇਹ ਇਖਲਾਕੀ ਤੌਰ ਤੇ ਜਾਇਜ਼ ਨਹੀਂ, ਇਹ ਅਸੀਂ ਕਹਿੰਦੇ ਰਹੇ ਹਾਂ। ਰਾਜਾ ਸਾਹਿਬ, ਮੈਂ ਚਿੱਠੀ ਦੀ ਗੱਲ ਕਰਨੀ ਜਿਵੇਂ ਉਸਨੇ ਕੀਤੀ ਹੈ ਕਿ ਪ੍ਰਭਾਵ ਇਹ ਗਿਆ ਕਿ 4 ਮਹੀਨੇ ਦੇ ਸਮੇਂ ਮੌਕਾ ਆ ਰਿਹਾ ਕਿ ਅਸੀਂ ਤਾਂ ਸਾਰਾ ਕੁਝ ਦੱਸਿਆ ਹੀ ਹੈ, ਕੋਈ ਦੇ ਦੀ ਜ਼ਰੂਰਤ ਨਹੀਂ। ਤੇ ਚਿੱਠੀ ਲਿਖਣ ਦਾ ਕੋਈ ਗੱਲਬਾਤ ਇੰਟਰਨਲ ਗੱਲਬਾਤ ਹੋਈ ਹੈ ਜਾਂ ਕਿਤੇ ਨਾ ਕਿਤੇ ਲੱਗਾ ਵੀ ਗੱਲ ਕਿਸੇ ਇਹ ਆਪਣੇ ਵੱਲੋਂ ਹੈ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਅਸੀਂ ਆਪਣੇ ਵੱਲੋਂ ਚਿੱਠੀ ਲਿਖੀ ਹੈ ਵੀ ਬਹੁਤ ਸਮਾਂ ਹੋ ਗਿਆ, ਸਰਕਾਰ ਇਹ ਨਾ ਕਹੇ ਵੀ ਸਾਨੂੰ ਕੋਈ ਅਪਰੋਚ ਹੀ ਨਹੀਂ ਕਰਦਾ। ਅਸੀਂ ਇੱਕ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ, ਬਾਕੀ ਉਹਨਾਂ ਦਾ ਕੰਮ ਹੈ, ਬੁਲਾਉਣਗੇ ਗੱਲਬਾਤ ਲਈ ਜਾਵਾਂਗੇ। ਕਰੋਨਾ ਦਾ ਅਸੀਂ ਉੱਥੇ ਬਹੁਤ ਅਵੇਅਰ ਹਾਂ। ਮੈਂ ਜਿਵੇਂ ਪਹਿਲਾਂ ਦੱਸਿਆ ਵੀ ਉੱਥੇ ਕੋਈ ਕਰੋਨਾ ਦਾ ਕੇਸ ਅੱਜ ਤੱਕ ਨਜ਼ਰ ਨਹੀਂ ਆਇਆ। ਅਸੀਂ ਸਗੋਂ ਆਪਣੇ ਵੱਲੋਂ ਜਿਵੇਂ ਕੰਪੇਨ ਹੁੰਦੀ ਹੈ, ਰੋਜ਼ ਸੈਨੀਟਾਈਜ਼ ਹੁੰਦਾ ਹੈ, ਸਾਨੂੰ ਦੱਸਣਾ ਕਿੰਨੇ ਥਾਈਂ ਸੈਨੀਟਾਈਜ਼ ਕਰਾਉਂਦੇ ਨੇ, ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ। ਉੱਥੇ ਅਸੀਂ ਡੇਲੀ ਸੈਨੀਟਾਈਜ਼ ਕਰਦੇ ਹਾਂ ਔਰ ਸਫਾਈ ਇੰਨੀ ਜ਼ਿਆਦਾ ਹੈ, ਕਿਸੇ ਸ਼ਹਿਰ ਦੇ ਕਿਸੇ ਮੁਹੱਲੇ 'ਚ ਨਹੀਂ ਇੰਨੀ ਸਫਾਈ ਹੋਣੀ। ਅਸੀਂ ਬਹੁਤ ਅਵੇਅਰ ਹਾਂ ਔਰ ਇਹਦੇ 'ਤੇ ਬੜੇ ਅਸੀਂ ਗੰਭੀਰ ਹਾਂ। ਸਾਨੂੰ ਆਪਣੇ ਦੀ ਨਹੀਂ, ਉਹ ਸਿਰਫ ਉਹ ਕਰੋਨਾ ਕਰਕੇ ਹੀ ਰੁਕਿਆ ਹੋਇਆ ਹੈ। ਕਿਉਂਕਿ ਦਿੱਲੀ 'ਚ ਜੋ ਹਾਲ ਹੈ ਬਹੁਤ ਬੁਰਾ ਹਾਲ ਹੈ। ਅਸੀਂ ਨਹੀਂ ਚਾਹੁੰਦੇ ਵੀ ਇਹ ਫਿਰ ਹੋਰ ਜ਼ਿਆਦਾ ਵਿਗੜੇ। ਅਸੀਂ ਜਦੋਂ ਕਰੋਨੇ ਦਾ ਥੋੜ੍ਹੀ ਜਿਹੀ ਰਾਹਤ ਮਿਲੀ ਅਸੀਂ ਉਦੋਂ ਹੀ ਡੇਟ ਅਨਾਉਂਸ ਕਰਕੇ ਜਿਹੜਾ ਪਾਰਲੀਮੈਂਟ ਵਾਲਾ ਪ੍ਰੋਗਰਾਮ ਉਹ ਦਿਆਂਗੇ। ਨਹੀਂ, ਸਾਰੇ ਆ ਚੁੱਕੇ ਬਾਹਰ, ਸਾਰੇ ਆ ਚੁੱਕੇ। ਹਰਿਆਣਾ ਸਰਕਾਰ ਲਗਾਤਾਰ ਕਹਿ ਰਹੀ ਸੀ ਕਿ ਕਿਸਾਨ ਅੰਦੋਲਨ ਕਰਕੇ ਕਰੋਨਾ ਫੈਲ ਰਿਹਾ। ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਸਿੰਘ ਬਾਜਵਾ ਵੀ ਕਹਿ ਰਹੇ ਕਿ ਜਿਹੜੇ ਪਿੰਡਾਂ ਦੇ ਵਿੱਚ ਕਰੋਨਾ ਫੈਲ ਰਿਹਾ, ਇਸ ਵਜ੍ਹਾ ਕਿਸਾਨ ਅੰਦੋਲਨ ਨਾਲ ਪਿੰਡਾਂ 'ਚ ਲੋਕ ਜਾਂਦੇ ਆ ਧਰਨੇ ਦੇ ਵਿੱਚ ਔਰ ਉੱਥੋਂ ਆਉਂਦੇ ਇਸੇ ਕਰਕੇ ਕਰੋਨਾ ਲੈ ਕੇ ਆਏ, ਕਰੋਨਾ ਬੁਲਾ ਰਹੇ ਪੰਜਾਬ। ਮੇਰਾ ਖਿਆਲ ਤੁਸੀਂ ਮੇਰੀ ਗੱਲ ਸੁਣੀ ਨਹੀਂ। ਮੈਂ ਐਡਾ ਲੰਬਾ ਐਕਸਪਲੇਨੇਸ਼ਨ ਦਿੱਤਾ ਹੈ। ਜਿੰਨਾ ਪ੍ਰਬੰਧ ਅਸੀਂ ਕੀਤਾ ਹੈ, ਸਰਕਾਰ ਸਾਡੇ ਪ੍ਰਬੰਧ ਦੇ ਨੇੜੇ ਤੇੜੇ ਵੀ ਨਹੀਂ। ਉਹ ਝੂਠ ਫੈਲਾਉਣ ਤੋਂ ਸਿਵਾ ਉਹਨਾਂ ਕੋਲ ਕੁਝ ਨਹੀਂ। ਮੈਂ ਤਾਂ ਓਪਨਲੀ ਚੈਲੰਜ ਕੀਤਾ ਹੈ, ਜਿੰਨਾ ਅਸੀਂ ਪ੍ਰਬੰਧ ਕੀਤਾ ਇਹਨਾਂ ਕਰਕੇ ਦਿਖਾਉਣ ਕਿਸੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ। ਹਾਂਜੀ ਕੀ ਜੀ? ਟੈਸਟਿੰਗ ਸਾਡਾ ਉਹਨਾਂ 'ਤੇ ਵਿਸ਼ਵਾਸ ਉੱਠ ਗਿਆ। ਟੈਸਟਿੰਗ ਨਹੀਂ, ਅਸੀਂ ਉਹਨਾਂ ਨੂੰ ਕਿਹਾ ਵੀ ਆਓ ਵੈਕਸੀਨੇਸ਼ਨ ਕਰ ਲਓ, ਪਰ ਟੈਸਟਿੰਗ ਨਹੀਂ ਅਸੀਂ ਤੁਹਾਡੇ ਕੋਲੋਂ ਕਰਾਵਾਂਗੇ। ਅੱਜ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਇੱਕ ਬੜਾ ਕਲੀਅਰ ਕੇਸ ਵੀ ਬੰਦੇ ਦੀ ਸ਼ੂਗਰ ਘਟਣ ਨਾਲ ਮੌਤ ਹੋਈ ਹੈ, ਉਹ ਪੋਸਟਮਾਰਟਮ ਕਰਨ ਤੋਂ ਬਾਅਦ ਲਿਖਦੇ ਆ ਕੋਵਿਡ ਹੈ, ਜਦ ਕਿ ਕੋਵਿਡ 'ਚ ਪੋਸਟਮਾਰਟਮ ਹੋ ਹੀ ਨਹੀਂ ਸਕਦਾ। ਵੈਕਸੀਨੇਸ਼ਨ ਅਸੀਂ ਬਾਹਰੋਂ ਇੱਧਰੋਂ ਉੱਧਰ ਹੁੰਦੀ ਹੈ, ਇਹ ਨਹੀਂ ਆਉਂਦੇ ਤਾਂ ਸਾਨੂੰ 25 ਦਿਨ ਹੋ ਗਏ ਕਹੇ ਨੂੰ ਵੀ ਅਸੀਂ ਜੀ ਵੈਕਸੀਨੇਸ਼ਨ ਕਰਨੀ। ਅਸੀਂ ਕਿ ਭੇਜੋ ਟੀਮਾਂ, ਕੋਈ ਨਹੀਂ ਆਇਆ, ਕੋਈ ਆਉਂਦਾ ਹੀ ਨਹੀਂ, ਕੋਈ ਡਾਕਟਰ ਆਉਂਦਾ ਹੀ ਨਹੀਂ ਉੱਥੇ। ਸਾਡੇ ਇੱਕ ਮੈਂ ਤੁਹਾਡੀ ਜਾਣਕਾਰੀ ਲਈ ਹੋਰ ਦੱਸਾਂ, ਸਾਡੇ ਕੋਲ 40 ਕੁਆਲੀਫਾਈਡ ਡਾਕਟਰਾਂ ਦੀ ਟੀਮ ਹੈ। ਇੱਕ ਡਾਕਟਰ ਸਵਾਈਮਾਨ ਸਿੰਘ ਨੇ ਅਮਰੀਕਾ ਤੋਂ ਆਏ ਹੋਏ ਨੇ, ਟਿੱਕਰੀ ਬਾਰਡਰ 'ਤੇ 5 ਮਹੀਨੇ ਤੋਂ ਸੇਵਾ ਨਿਭਾ ਰਹੇ ਨੇ। ਸਾਡੇ ਆਲੇ ਦੁਆਲੇ 40 ਪਿੰਡ ਨੇ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਸੀਂ ਮੈਡੀਕਲ ਫੈਸਿਲਿਟੀ ਫ੍ਰੀ ਦਿੱਤੀ ਹੈ। ਸਰਕਾਰ ਕੋ ਕਰੇ ਫਿਰ ਤਾਂ ਕੁਛ ਸਮਝ ਪੈਂਦੀ ਹੈ। ਐਵੇਂ ਸਿਰਫ ਦੋਸ਼ ਲਾਉਣ ਵਾਸਤੇ ਬੇਈਮਾਨੀ ਨਾਲ ਦੋਸ਼ ਲਾਵੇ, ਉਹ 'ਤੇ ਤਕਲੀਫ ਹੁੰਦੀ ਹੈ। ਨਹੀਂ, ਉਹ ਕੇਸ ਅਲੱਗ ਹੈ ਫੂਲ ਸਾਹਿਬ ਦਾ। ਉਹ ਜਿਹੜੀ ਉਹ ਲੜਕੀ ਆਈ ਹੈ, ਕੋਈ ਸਾਡੀ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਨਹੀਂ ਉਹ ਜਥੇਬੰਦੀ। ਅਸੀਂ ਤਾਂ ਜਦੋਂ ਸਾਡੇ ਕੋਲ ਉਹ ਲੜਕੀ ਆਈ ਹੈ ਉਹਨੂੰ ਸੰਭਾਲ ਕੇ ਉਹਨੂੰ ਹਸਪੀਟਲ ਵੀ ਲੈ ਕੇ ਗਏ, ਇਲਾਜ ਵੀ ਕਰਾਇਆ। ਲੜਕੀ ਦੇ ਬਾਪ ਦੇ ਨਾਲ ਜਾ ਕੇ FIR ਕਰਵਾਈ ਹੈ। ਅਸੀਂ ਉਹਨੂੰ ਕਿਹਾ ਅਸੀਂ ਤਾਂ ਤੁਹਾਡੇ ਨਾਲ ਇਨਸਾਫ ਲੈਣ ਤੱਕ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਕਿਸਾਨ ਮੋਰਚੇ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਜਿਹੜੇ ਲੋਕ ਲੈ ਕੇ ਆਏ ਉਹ ਕੋਈ ਹੋਰ ਪਤਾ ਨਹੀਂ ਕੋਈ ਕਿਸਾਨ ਸੋਸ਼ਲ ਆਰਮੀ ਨਾਂ ਦੀ ਸੰਸਥਾ ਹੈ। ਉਹਦੇ ਫਾਦਰ ਨੇ ਕਿਹਾ ਵੀ ਉਹਨਾਂ ਦਾ ਬਾਹਰ ਅਖੀਰ 'ਚ ਇੱਕ ਟੈਂਟ ਲੱਗਿਆ ਹੋਇਆ ਸੀ ਜਿੱਥੇ ਉਹ ਲੜਕੀ ਤੇ ਉਹ ਰਹਿੰਦੇ ਰਹੇ ਨੇ, ਤੇ ਉਹਨਾਂ ਨੇ ਕਿਹਾ ਵੀ ਇਹ ਟੈਂਟ ਪੱਟੋ। ਅਸੀਂ ਉਹਦਾ ਟੈਂਟ ਵੀ ਪੱਟਤਾ। ਨਹੀਂ, ਯੋਗਿੰਦਰ ਯਾਦਵ ਦਾ ਨਹੀਂ, ਇਹ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਸੀ। ਯੋਗਿੰਦਰ ਯਾਦਵ ਦਾ ਇਹਦੇ 'ਚ ਕੋਈ ਰੋਲ ਨਹੀਂ। ਇਹ ਤਾਂ ਐਵੇਂ ਸਰਕਾਰ ਉਹਨੂੰ ਕਿਸੇ ਤਰ੍ਹਾਂ ਉਲਝਾਉਣ ਵਾਸਤੇ ਬਣਾ ਰਹੀ। ਅਦਰਵਾਈਜ਼ ਜਦੋਂ ਕਰਾਂਗੇ ਤੁਹਾਨੂੰ ਪੂਰਾ ਦੱਸਾਂਗੇ। ਕਰਾਂਗੇ ਹਾਲੇ ਮੋਰਚੇ 'ਚ ਜੇ ਬਾਜ਼ ਨਹੀਂ ਆਉਣਗੇ ਕਰਾਂਗੇ, ਕੋਈ ਨਹੀਂ, ਫਿਕਰ ਨਾ ਕਰੋ। ਪਹਿਲਾ ਡਿਮਾਂਡ ਸੀ ਯੈਸ ਔਰ ਨੋ,
ਤੇ ਹੁਣ ਜਿਹੜਾ ਕਿ ਤੁਹਾਡੇ ਵੱਲੋਂ ਜਿਵੇਂ ਕਿ ਚਿੱਠੀ ਭੇਜੀ ਗਈ ਹੈ ਕਿ ਕੁਝ ਫਲੈਕਸੀਬਿਲਿਟੀ ਵੀ ਆ ਸਕਦੀ ਹੈ ਨਹੀਂ ਨਹੀਂ ਕੋਈ ਫਲੈਕਸੀਬਿਲਿਟੀ ਨਹੀਂ, ਉੱਥੇ ਹੀ ਖੜੇ ਆ, ਡਿਮਾਂਡ ਸਾਡੀਆਂ ਉਹੀ ਨੇ, ਉਸੇ ਤਰ੍ਹਾਂ ਖੜੇ ਆ। ਯੈਸ ਔਰ ਯੈਸ ਔਰ ਨੋ। ਅਰਜੀਤ ਗਰੇਵਾਲ ਵੀ ਕਹਿ ਰਹੇ ਨੇ ਕਿ ਕੋਈ ਜੋ ਪ੍ਰਪੋਜ਼ਲ ਹੈ ਉਹ ਖਾਸ ਤੌਰ ਤੇ ਲੈ ਕੇ ਹੁਣ ਯੈਸ ਨੋ ਤੇ ਤਾਂ ਕਮਿਟਮੈਂਟ ਨਹੀਂ ਹੋ ਨਹੀਂ ਸਕਦੀ। ਕੋਈ ਪ੍ਰਪੋਜ਼ਲ ਨਹੀਂ, ਉਹਨਾਂ ਨੇ ਕਿਹਾ ਕੋਈ ਐਕਸੈਪਟੇਬਲ ਪ੍ਰਪੋਜ਼ਲ ਨਹੀਂ, ਕੋਈ- ਫਿਰ ਅਸੀਂ ਗੱਲਬਾਤ ਕਰਾਂਗੇ। ਨਹੀਂ ਉਹਨਾਂ ਨੇ ਜਿਹੜੀ ਪ੍ਰਪੋਜ਼ਲ ਦਿੱਤੀ ਉਹ ਉਦੋਂ ਹੀ ਰਿਜੈਕਟ ਕਰ ਦਿੱਤੀ ਸੀ ਅਸੀਂ। ਉਹਨਾਂ ਨੇ ਕਿਹਾ ਤੁਸੀਂ ਕੋਈ ਐਕਸੈਪਟੇਬਲ ਪ੍ਰਪੋਜ਼ਲ ਨਹੀਂ ਅਸੀਂ ਸਾਡੀ ਤਾਂ ਹੈ ਪ੍ਰਪੋਜ਼ਲ ਵੀ ਤਿੰਨੇ ਕਾਨੂੰਨ, ਹੁਣ 6 ਮਹੀਨੇ ਬਹਿ ਕੇ ਅਸੀਂ ਕੋਈ ਥੱਲੇ ਨੂੰ ਥੋੜ੍ਹਾ ਆਵਾਂਗੇ, ਅਸੀਂ ਤਾਂ ਗਾਂਹ ਨੂੰ ਜਾਵਾਂਗੇ। ਜਦੋਂ ਲੋਕਾਂ ਦਾ ਸਾਥ ਹੋਵੇ ਕੋਈ ਪਿੱਛੇ ਮੁੜਦਾ? ਲੋਕਾਂ ਦਾ ਸਾਥ ਤਾਂ ਵੱਧ ਰਿਹਾ, ਅੰਦੋਲਨ ਅੱਗੇ ਵੱਧ ਰਿਹਾ। ਬਾਕੀ ਹੁਣ ਤੁਸੀਂ ਮੱਧ ਪ੍ਰਦੇਸ਼ ਵਿੱਚ ਚੀਫ ਮਿਨਿਸਟਰ ਨੂੰ ਲੋਕਾਂ ਨੇ ਘੇਰ ਲਿਆ, ਇਹ ਅੱਗੇ ਹੀ ਵੱਧ ਰਿਹਾ। ਤੇ ਆਂਧਰਾ ਵਿੱਚ ਮਿਊਨਿਸਪਲ ਚੋਣਾਂ ਦੇ ਵਿੱਚ ਲੋਕਾਂ ਨੇ ਇੰਨਾ ਸਾਥ ਦਿੱਤਾ, ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ। ਯੂਪੀ ਵਿੱਚ ਇਹ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰ ਗਏ। ਲੋਕਾਂ ਦਾ ਸਾਥ ਮਿਲਦਾ, ਜਿਹੜਾ ਅੰਦੋਲਨ ਇਸ ਤਰ੍ਹਾਂ ਅੱਗੇ ਵਧਦਾ ਹੋਵੇ। ਹਾਂ ਉਹ ਜਾਵਾਂਗੇ ਜਦੋਂ ਆ ਕੋਵਿਡ ਦਾ ਹਟਿਆ। ਨੈਕਸਟ ਸਾਡਾ ਟਾਰਗੇਟ ਉਹੀ ਹੈ, ਯੂਪੀ ਔਰ ਉੱਤਰਾਖੰਡ ਵਿੱਚ ਅਸੀਂ ਟੀਮਾਂ ਭੇਜਾਂਗੇ। आपने कहा कि जो अस्पताल है या डिस्पेंसरी है जो बदहाली में है उनकी आप वीडियो जो है वो बनाएंगे, ये पंजाब में ही वो अभियान रहेगा या पूरे देश में? ਨਹੀਂ ਅਸੀਂ ਪੰਜਾਬ ਔਰ ਹਰਿਆਣਾ ਜਿਹੜੇ ਬਹੁਤੇ ਸਾਡੇ ਨਾਲ ਪਿੰਡਦੇ ਨੇ ਇਹਨਾਂ ਦੀ ਕਰਾਂਗੇ, ਪਹਿਲਾਂ ਇਹਨਾਂ ਦੀ ਰਿਲੀਜ਼ ਕਰਾਂਗੇ ਵੀਡੀਓਜ਼। कब से ये शुरू कर देंगे? ਵੈਸੇ ਤਾਂ ਹੁਣ ਸ਼ੁਰੂ ਹੋ ਜਾਣਗੇ, ਮੈਂ ਅੱਜ ਕਹਿ ਦਿੱਤਾ, ਦੇਖੋ ਵਰਕਰਾਂ ਸ਼ੁਰੂ ਕਰ ਦੇਣਾ ਕੰਮ। ਰਾਜਾ ਸਾਹਿਬ ਲਾਲ ਕਿਲ੍ਹਾ ਕਾਂਡ ਦਾ ਚਾਰਜ ਸ਼ੀਟ ਜਿਹੜੀ ਹੈ ਹਾਂਜੀ ਲਾਲ ਕਿਲ੍ਹਾ ਕਾਂਡ ਦੀ ਜਿਹੜੀ ਹੈ ਚਾਰਜ ਸ਼ੀਟ ਪੇਸ਼ ਕਰਨੀ ਹੈ ਪੁਲਿਸ। ਲਾਲ ਕਿਲ੍ਹੇ ਦਾ ਜਿਹੜਾ ਕੇਸ ਸੀ ਹਾਂਜੀ ਹਾਂਜੀ ਉਹ ਚਾਰਜ ਸ਼ੀਟ 'ਚ ਤੁਹਾਡਾ ਵੀ ਨਾਂ ਹੈ, ਡਾਕਟਰ ਦਰਸ਼ਨਪਾਲ ਹੋਣਾ ਦਾ ਵੀ ਨਾਂ ਹੈ। ਜਦੋਂ ਸਾਨੂੰ ਬੁਲਾਉਣਗੇ ਜਦ ਦੱਸਣਗੇ, ਸਾਨੂੰ ਤਾਂ ਪਤਾ ਨਹੀਂ ਵੀ ਕਿਹਦਾ ਨਾਮ ਹੈ। ਹਾਲੇ ਤੱਕ ਸਾਡੇ ਨੋਟਿਸ 'ਚ ਨਹੀਂ ਵੀ ਸਾਡਾ ਵੀ ਨਾਮ ਹੈ। ਡਾਕਟਰ ਸਾਹਿਬ ਤੁਹਾਡੀ ਕਿਸਾਨ ਜਥੇਬੰਦੀਆਂ ਸੀ, ਤੁਹਾਡੇ ਤੋਂ ਲੋਕ ਤੁਹਾਡੇ ਕਰਦੇ ਨੇ ਕਿ ਤੁਸੀਂ ਕਿਸਾਨਾਂ ਦੇ ਇਸ਼ੂ ਚੁੱਕੋ, ਪਰ ਅੱਜ ਕੱਲ੍ਹ ਦੇਖਦੇ ਹਾਂ ਕਿਸਾਨ ਜਥੇਬੰਦੀਆਂ ਜਾਂ ਯੂਪੀ ਨੂੰ ਹਰਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਜਾਂ ਫਿਰ ਕਰੋਨਾ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਾਂ ਖਲਾਉਣ ਦੇ ਵਿੱਚ ਨੇ। ਤੁਹਾਨੂੰ ਲੱਗਦਾ ਕਿ ਤੁਹਾਡਾ ਪੈਂਤੜਾ ਇਹ ਸਹੀ ਹੈ? ਇਸ ਪੈਂਤੜੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਨਹੀਂ ਦੇਖੋ, ਫਿਰ ਇਹ ਮੈਨੂੰ ਅਫਸੋਸ ਹੈ ਜਿਹੜਾ ਤੁਸੀਂ ਸਵਾਲ ਕੀਤਾ। ਅਸੀਂ ਕਹਿੰਦੇ ਹਾਂ ਵੀ ਕਰੋਨਾ ਹੈ, ਪਰ ਲਾਕਡਾਊਨ ਇਹਦਾ ਇਲਾਜ ਨਹੀਂ। ਲੋਕਾਂ ਦਾ ਰੁਜ਼ਗਾਰ ਬੰਦ ਕਰ ਦੇਣਾ ਇਹ ਇਲਾਜ ਨਹੀਂ। ਜਿਹੜਾ ਬੰਦਾ ਦਿਹਾੜੀਦਾਰ ਹੈ ਉਹਨੂੰ ਨਾ ਘਰੋਂ ਨਿਕਲਣ ਦਿਓ, ਉਹ ਆਪਣੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਕਰੇਗਾ? ਔਰ ਜਿਹੜਾ ਇੱਕ ਛੋਟਾ ਜਿਹਾ ਦੁਕਾਨਦਾਰ ਹੈ, ਰੇਹੜੀ ਲਾਉਂਦਾ ਹੈ, ਉਹਦੇ ਨਾਲ ਉਹਦਾ ਘਰ ਚੱਲਦਾ ਹੈ। ਇਹ ਕੋਈ ਤਰੀਕਾ ਨਹੀਂ। ਤੁਸੀਂ ਲੋਕਾਂ ਨੂੰ ਐਜੂਕੇਟ ਕਰੋ, ਸਖਤੀ ਨਾਲ ਜਿਹੜੀਆਂ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਲਾਗੂ ਕਰੋ, ਪਰ ਕਾਰੋਬਾਰ ਬੰਦ ਕਰਾ ਦੇਣਾ ਇਹ ਕੋਈ ਠੀਕ ਨਹੀਂ। ਅਸੀਂ ਇਹਦਾ ਵਿਰੋਧ ਕਰਦੇ ਹਾਂ। ਰਾਜੇਵਾਲ ਸਾਹਿਬ ਤੁਸੀਂ ਕਿਹਾ ਕਿ ਕਰੋਨਾ ਹੈਗਾ, ਚੰਗੀ ਗੱਲ ਹੈ ਕਿ ਅਜੇ ਤੱਕ ਕਿਸਾਨ ਅੰਦੋਲਨ 'ਚ ਕਿਸੇ ਵੀ ਤਰੀਕੇ ਦੇ ਕੇਸ ਨਹੀਂ ਆਏ, ਮੌਤ ਨਹੀਂ ਹੋਈ, ਪਰ ਡਰ ਤਾਂ ਹੈਗਾ ਹੀ ਨਾ ਕਿ ਇੰਨੇ ਲੋਕ ਉੱਥੇ ਬੈਠੇ ਨੇ, ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ, ਕੋਈ ਕਾਰਨ ਬਣ ਸਕਦਾ ਵੱਡਾ। ਨਹੀਂ ਇੱਥੇ ਕਿਤੇ ਘੱਟ ਹੈ ਜੀ, ਇੱਥੇ ਸਗੋਂ ਜ਼ਿਆਦਾ ਖਤਰਾ ਉੱਥੇ ਨੂੰ। ਇੱਥੇ ਮੌਤਾਂ ਹੋ ਰਹੀਆਂ, ਉੱਥੇ ਨਹੀਂ ਹੋ ਰਹੀ ਕਰੋਨਾ ਨਾਲ। ਇਹਦਾ ਮਤਲਬ ਉੱਥੇ ਜ਼ਿਆਦਾ ਸੇਫ ਹੈ, ਉੱਥੇ ਇੱਕ ਵੀ ਕੇਸ ਨਹੀਂ। ਔਰ ਉੱਥੇ ਅਸੀਂ ਲਗਾਤਾਰ ਇਸ ਤਰ੍ਹਾਂ ਸੰਭਾਲਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਡੇਲੀ ਅਸੀਂ ਦਵਾਈਆਂ ਤਕਸੀਮ ਕਰਦੇ ਹਾਂ। ਸਵੇਰੇ ਵਿਟਾਮਿਨ ਸੀ ਸਰਵ ਹੁੰਦਾ ਹੈ, ਸਵੇਰੇ ਸਾਰਿਆਂ ਨੂੰ 4 ਵਾਰੀ ਦਿਨ ਵਿੱਚ ਗਰਮ ਪਾਣੀ ਪਿਲਾਉਂਦੇ ਹਾਂ। ਜਿਵੇਂ ਚਾਹ ਪੀਦੇ ਹੋ ਘੁੱਟਾਂ ਭਰ ਕੇ ਪੂਰਾ ਗਰਮ ਪਾਣੀ 4 ਵਾਰੀ ਦਿਨ ਵਿੱਚ ਉਹ ਪਿਲਾਉਂਦੇ ਹਾਂ। ਦੇਖੋ ਇੱਕ ਸਾਡੇ ਵਰਗੀ ਕਿਸਾਨ ਜਥੇਬੰਦੀ ਵੱਲੋਂ ਇੰਨਾ ਪ੍ਰਬੰਧ ਕਰਨਾ, ਦੂਜੇ ਪਾਸੇ ਸਰਕਾਰਾਂ ਸਿਰਫ ਬਿਆਨਾਂ ਤੱਕ ਸੀਮਤ ਨੇ, ਕੱਖ ਕਰਨ ਨੂੰ ਤਿਆਰ ਨਹੀਂ। ਇਹ ਕੋਈ ਛੋਟੀ ਗੱਲ ਹੈ? ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਨਾ। ਜੇ ਉਹਨਾਂ ਨੂੰ ਇੰਨਾ ਹੀ ਸਾਡਾ ਫਿਕਰ ਹੈ, ਇੱਦਾਂ ਇਲਜ਼ਾਮ ਲਾਉਣ ਦੀ ਬਜਾਏ ਮੰਗਾਂ ਮੰਨ ਲੈਣ, ਅਸੀਂ ਘਰ ਆ ਜਾਂਦੇ ਹਾਂ। ਸਾਡਾ ਲੜਾਈ ਤਾਂ ਸਾਡੀ ਮੰਗਾਂ ਤੱਕ ਹੈ ਨਾ। ਸਾਨੂੰ ਕੋਈ ਸ਼ੌਕ ਨਹੀਂ ਉੱਥੇ ਬੈਠੇ।